ਹੈਲੋ ਡੀਅਰ ਸਟੂਡੈਂਟਸ, ਮੈਂ ਸੁਦੀਕਸ਼ਾ ਤੁਹਾਡਾ ਸਵਾਗਤ ਕਰਦੀ ਹਾਂ ਗਿਆਨਮ ਪੰਜਾਬ ਦੇ YouTube ਪਲੇਟਫਾਰਮ ਤੇ ਅੱਜ ਦੇ ਇਸ ਖਾਸ ਸੈਸ਼ਨ ਦੇ ਵਿੱਚ ਆਪਾਂ ਡਿਸਕਸ ਕਰਨਾ ਹੈ ਜੋ ਹਲੇ ਨੋਟੀਫਿਕੇਸ਼ਨ ਆਈ ਹੈ ਰੀਸੈਂਟ, ਰਾਈਟ। ਡਿਟੇਲਡ ਨੋਟੀਫਿਕੇਸ਼ਨ ਸਬਜੈਕਟ ਵਾਈਜ਼ ਜਿਹੜੀ ਹੈ ਗਵਰਨਮੈਂਟ ਨੇ ਕੱਢਤੀ ਹੈ। ਹੁਣ ਇਸ ਨੋਟੀਫਿਕੇਸ਼ਨ ਦੇ ਵਿੱਚ ਕੀ ਪੁਆਇੰਟਸ ਡਿਸਕਸ ਕੀਤੇ ਆ ਉਹਨਾਂ ਨੂੰ ਆਪਾਂ ਡਿਟੇਲ ਵਿੱਚ ਇੱਥੇ ਡਿਸਕਸ ਕਰਾਂਗੇ, ਰਾਈਟ। ਸਪੈਸੀਫਿਕਲੀ ਫॉर द पोस्ट ऑफ ਲੈਕਚਰਰ ਕਾਡਰ ਇਨ ਬਾਇਓਲੋਜੀ ਫਰੈਸ਼ ਪੋਸਟ ਜੋ ਨਿਕਲੀਆਂ ਸੀ, ਰਾਈਟ। ਉਹਨਾਂ ਦੇ ਰਿਗਾਰਡਿੰਗ ਜੋ ਹੈ ਕੁਝ ਡਿਟੇਲ ਦੇ ਵਿੱਚ ਕੁਝ ਪੁਆਇੰਟਸ ਆਏ ਹਨ, ਜਿੱਦਾਂ ਕਿ ਐਲੀਜੀਬਿਲਟੀ ਕੀ ਰਹੇਗੀ, ਪੇਪਰ ਦਾ ਥੋੜਾ ਬਹੁਤ ਪੈਟਰਨ ਤੇ ਨਹੀਂ ਕਵਾਂਗੀ ਬਟ ਕਿਸ ਤਰੀਕੇ ਦੇ ਨਾਲ ਪੇਪਰ ਕੰਡਕਟ ਕੀਤਾ ਜਾਏਗਾ, ਕੌਣ ਐਲੀਜੀਬਲ ਹੈ, ਕਿਸ ਏਜ ਗਰੁੱਪ ਤੇ candidates ਨੂੰ relaxation ਮਿਲੇਗਾ and what will be the fees and some other points as well as that how you are going to fill the form and everything, ठीक है। सो ਇਹ ਸਾਰੇ ਪੁਆਇੰਟਸ ਆਪਾਂ ਇਸ ਸੈਸ਼ਨ ਦੇ ਵਿੱਚ ਜਿਹੜਾ ਹੈ ਡਿਸਕਸ ਕਰਾਂਗੇ, ਠੀਕ ਹੈ। ਓਕੇ, ਸੋ ਲੈਟਸ ਸਟਾਰਟ। ਸਭ ਤੋਂ ਪਹਿਲਾਂ ਜੇ ਆਪਾਂ ਦੇਖੀਏ ਰਿਕਰੂਟਮੈਂਟ ਦੇ ਰਿਗਾਰਡਿੰਗ ਕੁਝ ਡਿਟੇਲਸ ਦਿੱਤੀਆਂ ਹੋਈਆਂ ਹਨ। ਦਿਸ ਇਜ਼ ਦ ਵੈਬਸਾਈਟ, ਆਫੀਸ਼ੀਅਲ ਵੈਬਸਾਈਟ, ਜਿੱਥੇ ਜਾ ਕੇ ਤੁਸੀਂ ਕੀ ਕਰ ਸਕਦੇ ਹੋ, ਆਪਣੀ ਇਸ ਲੈਕਚਰਰ ਕਾਡਰ ਦੀ ਪੋਸਟ ਨੂੰ ਫਿਲ ਕਰ ਸਕਦੇ ਹੋ, ਹੈ ਨਾ। ਕੁਝ ਹੋਰ details ਇੱਥੇ ਲਿਖਿਆ ਹੈ ਜੀ, department and everything, leave that particular part but the important is the number of vacancies. So fresh total vacancies ਸਾਡੇ ਕੋਲ ਇੱਥੇ 25 vacancies ਰਹਿਣਗੀਆਂ। According to this notification, the women are having some reserved vacancies, that is the number 8. ਵੂਮਨਸ ਦੇ ਲਈ 8 ਵੈਕੈਂਸੀਜ਼ ਦੀ ਪੋਸਟ ਜਿਹੜੀ ਹੈ ਇੱਥੇ ਰਿਜ਼ਰਵਡ ਰਹੇਗੀ। ਐਪਲੀਕੇਸ਼ਨ ਜੇ ਤੁਸੀਂ ਫਿਲ ਕਰਨੀ ਹੈ ਓਨਲੀ the online mode is available, right? So you have to fill the online application in that particular website, ठीक है। इस website का link description ਦੇ ਵਿੱਚ ਵੀ ਆਪਾਂ add ਕਰ ਦਾਂਗੇ, ਉੱਥੋਂ ਤੁਸੀਂ directly ਖੋਲ ਵੀ ਸਕਦੇ ਹੋ। Okay, coming to some important dates which you have to remember. First date, ਕਦੋਂ application start ਹੋਣੀ ਹੈ? Application is going to begin from the 1st of July 2026, ठीक है। तो 1 जुलाई ਤੋਂ ਤੁਹਾਡੀ ਨੋਟੀਫਿਕੇਸ਼ਨ ਦੀ ਐਪਲੀਕੇਸ਼ਨ ਜਿਹੜੀ ਹੈ ਸਟਾਰਟ ਹੋ ਜਾਏਗੀ। ਓਕੇ, ਨਾਓ ਦ ਲਾਸਟ ਡੇਟ ਰਹੇਗੀ ਜੀ 31 ਜੁਲਾਈ। 31 ਜੁਲਾਈ 12 ਵਜੇ ਤੋਂ ਪਹਿਲਾਂ ਤੁਸੀਂ ਆਪਣਾ ਪੇਪਰ ਫਿਲ ਕਰਨਾ ਹੈ ਇਸ ਟੈਨਿਓਰ ਦੇ ਵਿੱਚ, ਠੀਕ ਹੈ ਜੀ। ਓਕੇ, ਨਾਓ ਲੈਟਸ ਸੀ ਕਿ ਵੈਕੈਂਸੀਜ਼ ਕੈਟੇਗਰੀ ਵਾਈਜ਼ ਜੋ ਹੈ ਡਿਵੀਜ਼ਨ ਇੱਥੇ ਰਹਿਣ ਵਾਲਾ ਹੈ, ਕਿਸ ਤਰੀਕੇ ਰਹੇਗਾ। ਜਨਰਲ ਕੈਟੇਗਰੀ ਦੇ ਲਈ ਜੇ ਆਪਾਂ ਦੇਖੀਏ ਨਾ, ਟੋਟਲ ਨੰਬਰ ਆਫ 10 ਪੋਸਟ ਆਰ ਦੇਅਰ, ਠੀਕ ਹੈ। ਸ਼ਡਿਊਲ ਕਾਸਟ ਦੇ ਲਈ 2 ਪੋਸਟ ਰਹਿਣਗੀਆਂ ਜੀ, ਬੈਕਵਰਡ ਕਲਾਸਿਸ ਦੇ ਵਿੱਚ ਵੀ 2 ਆ ਜਾਏਗਾ। ਐਕਸ ਸਰਵਿਸਮੈਨ ਹੈ ਕੋਈ ਤੇ ਉਹਨਾਂ ਦੇ ਲਈ ਇੱਥੇ 4 ਨੰਬਰ ਆਫ ਪੋਸਟ ਆਰ ਦੇਅਰ ਫॉर द ਬਾਇਓਲੋਜੀ ਵਨ ਓਨਲੀ। ਸਪੋਰਟਸ ਕੈਟੇਗਰੀ ਦੇ ਵਿੱਚ 2 ਪੋਸਟ ਰਹਿਣਗੀਆਂ। ਫਿਜ਼ੀਕਲੀ ਹੈਂਡੀਕੈਪ ਦੇ ਵਿੱਚ ਅਗੇਨ 2 ਨੰਬਰ ਆਫ ਪੋਸਟ ਆਰ ਦੇਅਰ ਐਂਡ ਇਕਨੋਮਿਕਲੀ ਵੀਕਰ ਸੈਕਸ਼ਨ ਜੋ ਕਿ EWS ਰਹੇਗਾ। ਜੇ ਤੁਹਾਡੇ ਡਾਕੂਮੈਂਟਸ ਕੰਪਲੀਟ ਹਨ then you are getting 3 posts as a result. So total 25 posts. This is the total bifurcation that how the filling of the candidates is going to be, ठीक है, merit list बनने तो बाद। Okay, now let's see the most confusing thing कि educational qualifications are required for this particular exam. Candidate ਦੇ ਕੋਲ MSc ਦੀ ਡਿਗਰੀ ਹੋਣੀ ਚਾਹੀਦੀ ਹੈ ਇਹਨਾਂ ਸਾਰੇ ਬੈਕਗ੍ਰਾਉਂਡਸ ਦੇ ਵਿੱਚ। In any of the subject, if you are having the MSc degree, you are eligible for your examination, ठीक है। Of course B.Ed भी होनी चाहिए, right? So candidate must have passed the B.Ed as well. कुछ criteria ਹੁੰਦਾ है, कुछ institutes ਦੀ valid ਹੁੰਦੀ ਹੈ B.Ed ਦੀ degree। Of course UGC ਦੇ according ਤੁਹਾਡੀ ਵੀ degree valid ਹੋਣੀ ਹੈ, right? So you can fill the exam if you are having the B.Ed degree along with you in the subject of science or either in the biology or maybe life sciences, ठीक है जी। Okay, right. Minimum marks ਜੋ ਕਿ ਤੁਹਾਡੇ ਹੋਣੇ ਚਾਹੀਦੇ ਹੈ ਡਿਗਰੀ ਦੇ ਵਿੱਚ 55 is for journal and again if you are having reserve category 50 marks and ਥੋੜਾ ਬਹੁਤ relaxation ਜਿਹੜਾ ਹੈ ਤੁਹਾਨੂੰ ਮਿਲ ਜਾਏਗਾ if you are following in this particular category as well. ਸਿਲੈਕਸ਼ਨ ਪ੍ਰੋਸੈਸ ਦੇ ਉੱਪਰ ਦੇਖੋ ਕੀ ਪੁਆਇੰਟ ਡਿਸਕਸ ਕੀਤਾ ਗਿਆ ਹੈ ਨੋਟੀਫਿਕੇਸ਼ਨ ਦੇ ਵਿੱਚ। ਸਿਲੈਕਸ਼ਨ ਪੁਆਇੰਟ ਦੇ ਲਈ ਕਿਹਾ ਹੈ ਕਿ ਇੱਥੇ ਜਿਹੜਾ ਹੈ ਤੁਹਾਡਾ ਰਿਟਨ ਟੈਸਟ ਦਾ ਮਤਲਬ ਹੈ ਕਿ MCQ ਬੇਸਡ ਟੈਸਟ ਜੋ ਹੈ ਆਬਜੈਕਟਿਵ ਟਾਈਪ ਦਾ ਟੈਸਟ ਉਹ ਇੱਥੇ ਕੰਡਕਟ ਹੋਏਗਾ, ਹੈ ਨਾ। 150 ਮਾਰਕਸ ਦਾ ਟੋਟਲ ਟੈਸਟ ਜਿਹੜਾ ਹੈ ਤੇ ਰਹੇਗਾ ਐਂਡ ਮੈਰਿਟ ਵਿਲ ਬੀ ਪ੍ਰੀਪੇਅਰਡ ਔਨ ਦ ਬੇਸਿਸ ਕਿ ਕਿਸ ਤਰੀਕੇ ਦਾ ਪੇਪਰ ਤੁਸੀਂ ਅਟੈਂਪਟ ਕੀਤਾ। ਦੇਰ ਇਜ਼ ਨੋ like qualifying stage or everything. The merit will be formed after your paper. Paper 1, paper 2 ਦਾ ਕੋਈ mention ਨਹੀਂ ਹੈ। That means ਤੁਹਾਡਾ ਆਪਣੇ ਹੀ subject ਦਾ paper ਇੱਥੇ ਹੋਣਾ ਹੈ।
ਹਾਲੇ ਤੱਕ ਨੈਗੇਟਿਵ ਮਾਰਕਿੰਗ ਦੇ ਬਾਰੇ ਵੀ ਕੁਝ ਜਿਹੜਾ ਹੈ ਸਪੈਸੀਫਾਈ ਨਹੀਂ ਕੀਤਾ ਹੈ। Moreover, if you will be see exam duration that has not been mentioned yet as well, ठीक है, but जो पेपर है ਤੁਹਾਡਾ subject specific ਰਹੇਗਾ, ਇਹ ਤੁਸੀਂ ਹੁਣ ਮੰਨ ਕੇ ਚੱਲੋ। This is again a benefit thing for you. You have to only prepare for your respective subject, ना, right? Next देखो merit rule ਜਿਹੜਾ ਹੈ, of course merit will be based on the number of the marks, बट जे दो कैंडिडेट्स के मार्क्स इक्वल आ जाते हैं उस टाइम ते की करांगे, जो ओल्डर कैंडिडेट है जिहदी एज ज्यादा है ऑफ कोर्स उन्होंने प्रेफरेंस जिहड़ी है इत्थे दित्ती जाएगी, ठीक है। इफ एज इज आल्सो सेम इन दैट पर्टिकुलर केस, जो उन्हां दी क्वालिफिकेशन है ਉਹਦੇ ਵਿੱਚ मार्क्स देखे जाएंगे, जिहदे मार्क्स ज्यादा होणगे उन्हां नूं जिहड़ी है प्रेफरेंस दित्ती जाएगी। पे स्केल यू ऑलरेडी नो, दिस इज द पे स्केल एज पर द गवर्नमेंट रूल्स। एज लिमिट की गल करते हैं, एज लिमिट सी इस नोटिफिकेशन ਦੇ ਵਿੱਚ ਏਜ ਲਿਮਿਟ ਨੂੰ ਜੇ ਆਪਾਂ ਦੇਖੀਏ, ਏਜ ਜਿਹੜੀ ਆਪਾਂ ਕੈਲਕੂਲੇਟ ਕਰਨੀ ਹੈ ਨਾ ਇਸ ਡੇਟ ਤੋਂ ਕਰਨੀ ਹੈ, ਠੀਕ ਹੈ। ਹੁਣ ਜੋ ਜਨਰਲ ਕੈਟਾਗਰੀ ਹੈ ਉਹਨਾਂ ਦੇ ਲਈ 37 18 ਤੋਂ 37 ਤੱਕ ਏਜ ਹੋਣੀ ਚਾਹੀਦੀ ਹੈ। ਐਸਸੀ ਐਂਡ ਬੀਸੀ ਦੇ ਲਈ 5 ਇਅਰਸ ਦਾ ਰਿਲੈਕਸੇਸ਼ਨ ਮਿਲ ਜਾਏਗਾ ਫਰੋਮ ਦਿਸ ਪਾਰਟਿਕੂਲਰ ਏਜ। ਜੇ ਕੋਈ ਗਵਰਨਮੈਂਟ EMPLOYE ਹੈ, ਅਪਰ ਹੈ ਏਜ ਲਿਮਿਟ 45 ਇਅਰਸ, ਰਾਈਟ, ਇੱਥੇ ਤੱਕ ਰਿਲੈਕਸੇਸ਼ਨ ਹੈ ਜੀ। ਵਿਡੋਜ਼ then divorcees and certain women categories, ਇਹਨਾਂ ਨੂੰ 40 years ਤੱਕ ਜੋ ਹੈ relaxation ਮਿਲ ਜਾਏਗਾ। physically handicapped ਨੂੰ 10 years ਦਾ relaxation from this category ਮਿਲ ਜਾਏਗਾ। okay ਜੀ, ex servicemen ਦੀ as per ਜੋ government rules ਹੈ, this is going to be remain same। so now the application fee for your exam is 2000 for the journal category and some other categories as well, यानी कि OBC category। SC ST category दी 1000 रहेगी फीस, ex servicemen दी कोई फीस इत्थे नहीं है, and refund policy as usual that will not be refunded, ठीक है जी। कुछ सर्टिफिकेट्स ਤੁਹਾਨੂੰ ਰਿਕੁਆਇਰਡ ਰਹਿਣਗੇ, ਦੇਖ ਲਓ whatever category you are applying ਉਹਦੇ according these are the distribution of the categories which you have, ਤੁਹਾਡੇ ਕੋਲ ਹੋਣੀਆਂ ਜ਼ਰੂਰੀਆਂ ਇੱਥੇ ਰਹਿਣਗੀਆਂ, ਠੀਕ ਹੈ। So in short, this was the notification। ਹਾਲੇ ਤੱਕ डिटेल ਦੇ ਵਿੱਚ एग्जाम पैटर्न ਦੇ ਬਾਰੇ ਕੁਝ ਨਹੀਂ ਦੱਸਿਆ ਗਿਆ ਹੈ, ਬਟ ਬਾਕੀ ਜੋ ਚੀਜ਼ਾਂ ਡਾਕੂਮੈਂਟਸ ਐਂਡ एवरीथिंग which has been discussed ਉਹਨਾਂ ਨੂੰ ਤੁਸੀਂ ਪ੍ਰਿਪੇਅਰ ਕਰਨਾ ਸ਼ੁਰੂ ਕਰ ਦਿਓ ਜੀ, ਕਲੈਕਟ ਕਰਨਾ ਸ਼ੁਰੂ ਕਰ ਦਿਓ। देयर इज some specification which is mentioned ਕਿ ਜੋ ਤੁਸੀਂ ਐਪਲੀਕੇਸ਼ਨ ਫਾਰਮ ਫਿਲ ਕਰਨਾ ਹੈ ਨਾ, ਉਸ ਟਾਈਮ ਤੁਹਾਨੂੰ ਕੁਝ ਫੋਟੋ ਦਾ ਸਾਈਜ਼ ਐਂਡ ਜੋ ਦਾ ਮਾਰਜਿਨ ਹੈ that is also being mentioned। so ਜਦੋਂ ਤੁਸੀਂ ਆਪਣਾ ਐਪਲੀਕੇਸ਼ਨ ਫਾਰਮ ਆਨਲਾਈਨ ਸਬਮਿਟ ਕਰ ਰਹੇ ਹੋ and if you are facing some problem in that particular time, do check all those details as well, ठीक है। so this was all about the notification and let's end the session here then। फिर मिलांगे जिद्दां ही कोई होर अपडेट ਇਹਦੇ ਬਾਰੇ ਆएगी।